20 ਸਾਲ ਦੀ ਉਮਰ ਦੇ 19 ਮੁੰਡਿਆਂ ਦੀ ਇੱਕ ਹੀ 50 ਸਾਲ ਦੀ ਪਤਨੀ ਰੱਜੋ। ਆਖਰ ਘੱਟ ਉਮਰ ਦੇ ਮੁੰਡੇ ਹੀ ਇਸ ਦੇ ਪਤੀ ਕਿਉਂ? ਇਸ ਰਾਜ ਨੂੰ ਜਾਣ ਕੇ ਤੁਹਾਡੇ ਪੈਰਾਂ ਥੱਲਿਓਂ ਵੀ ਜ਼ਮੀਨ ਨਿਕਲ ਜਾਵੇਗੀ। ਅਮਰੀਕਾ ਵਿੱਚ ਅੱਜ ਦਾ ਮੌਸਮ ਬਹੁਤ ਵਧੀਆ ਸੀ। ਪਿਛਲੇ ਕਈ ਦਿਨਾਂ ਤੋਂ ਮੈਂ ਰੱਬ ਨੂੰ ਪ੍ਰਾਰਥਨਾ ਕਰ ਰਹੀ ਸੀ ਕਿ ਜੇਕਰ ਅੱਜ ਮੌਸਮ ਠੀਕ ਹੋ ਜਾਵੇ ਤਾਂ ਮੈਂ ਸ਼ਾਪਿੰਗ ਕਰਨ ਲਈ ਮਾਰਕੀਟ ਜਾ ਸਕਾਂ। ਜਦੋਂ ਮੈਂ ਵੇਖਿਆ ਕਿ ਮੌਸਮ ਚੰਗਾ ਹੈ ਤਾਂ ਮੈਂ ਤੁਰੰਤ ਸ਼ਾਪਿੰਗ ਕਰਨ ਦੇ ਇਰਾਦੇ ਨਾਲ ਬਾਹਰ ਆ ਗਈ। ਮੈਨੂੰ ਇੱਥੇ ਆਏ ਹੋਏ ਹਲੇ 2 ਸਾਲ ਹੀ ਹੋਏ ਸਨ ਅਤੇ ਮੈਂ ਇੱਥੇ ਰਹਿ ਕੇ ਬਹੁਤ ਖੁਸ਼ ਸੀ। ਕੁਝ ਲੋਕ ਤਾਂ ਮੇਰੇ ਵਰਗੀ ਜ਼ਿੰਦਗੀ ਗੁਜ਼ਾਰਨ ਲਈ ਦੁਆਵਾਂ ਕਰਦੇ ਹਨ ਕਿ ਕਾਸ਼ ਉਹ ਵੀ ਅਮਰੀਕਾ ਵਰਗੇ ਸ਼ਹਿਰ ਵਿੱਚ ਆ ਕੇ ਪੜ੍ਹਾਈ ਕਰਨ। ਸ਼ਾਇਦ ਮੈਂ ਖੁਸ਼ ਨਸੀਬ ਸੀ ਜੋ ਇੱਥੇ ਆ ਗਈ। ਇਹ ਸਭ ਸੋਚਦੇ ਹੋਏ ਮੈਂ ਮਾਰਕੀਟ ਵਿੱਚ ਆ ਗਈ ਸੀ ਤਾਂ ਜੋ ਜ਼ਰੂਰਤ ਦਾ ਕੁਝ ਸਮਾਨ ਖਰੀਦ ਸਕਾਂ। ਅਚਾਨਕ ਹੀ ਰਸਤੇ ਵਿੱਚ ਮੇਰੀ ਇੱਕ ਔਰਤ ਨਾਲ ਟੱਕਰ ਹੋ ਗਈ ਅਤੇ ਉਹ ਜ਼ਮੀਨ 'ਤੇ ਗਿਰ ਗਈ। ਮੈਂ ਉਸ ਦਾ ਹੱਥ ਫੜ ਕੇ ਉਸ ਨੂੰ ਚੁੱਕਿਆ ਅਤੇ ਉਸ ਤੋਂ ਮਾफ़ੀ ਮੰਗੀ ਤਾਂ ਉਹ ਹੱਸਦੇ ਹੋਏ ਕਹਿਣ ਲੱਗੀ, ਕੋਈ ਗੱਲ ਨਹੀਂ। ਦੇਖਣ ਵਿੱਚ ਮੈਨੂੰ ਉਹ 45 ਸਾਲ ਤੋਂ ਵੀ ਜ਼ਿਆਦਾ ਉਮਰ ਦੀ ਲੱਗ ਰਹੀ ਸੀ। ਇਸ ਲਈ ਮੈਨੂੰ ਬਹੁਤ ਅਫਸੋਸ ਹੋਇਆ ਕਿ ਮੇਰੇ ਕਰਕੇ ਇੱਕ ਬੁੱਢੀ ਔਰਤ ਗਿਰ ਗਈ। ਮੈਂ ਇੱਕ ਵਾਰ ਫਿਰ ਉਸ ਤੋਂ ਮਾफ़ੀ ਮੰਗੀ ਅਤੇ ਉਸ ਨੂੰ ਆਪਣੇ ਬਾਰੇ ਵਿੱਚ ਦੱਸਿਆ ਤਾਂ ਉਹ ਵੀ ਮੈਨੂੰ ਆਪਣੇ ਬਾਰੇ ਵਿੱਚ ਦੱਸਦੇ ਹੋਏ ਕਹਿਣ ਲੱਗੀ, ਮੇਰਾ ਨਾਂ ਰੱਜੋ ਹੈ, ਮੈਂ ਵੀ ਭਾਰਤ ਦੀ ਰਹਿਣ ਵਾਲੀ ਹਾਂ। ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਉਹ ਵੀ ਇੰਡੀਅਨ ਹੈ। ਮੈਂ ਉਹਨਾਂ ਨੂੰ ਪੁੱਛਿਆ, ਰੱਜੋ ਆਂਟੀ ਤੁਸੀਂ ਕਿਸ ਸ਼ਹਿਰ ਵਿੱਚ ਰਹਿੰਦੇ ਹੋ? ਤਾਂ ਉਹ ਕਹਿਣ ਲੱਗੀ ਕਿ ਮੈਂ ਲੁਧਿਆਣਾ ਰਹਿੰਦੀ ਹਾਂ ਅਤੇ ਇੱਥੇ ਆਪਣੇ ਪਤੀ ਨਾਲ ਘੁੰਮਣ ਆਈ ਹਾਂ। ਮੈਂ ਵੀ ਲੁਧਿਆਣੇ ਤੋਂ ਹੀ ਸੀ। ਆਪਣੇ ਸ਼ਹਿਰ ਦਾ ਕੋਈ ਪ੍ਰਦੇਸ਼ ਵਿੱਚ ਮਿਲ ਜਾਵੇ ਤਾਂ ਬਹੁਤ ਖੁਸ਼ੀ ਹੁੰਦੀ ਹੈ। ਇਸ ਲਈ ਮੈਨੂੰ ਵੀ ਉਹਨਾਂ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ। ਮੈਂ ਉਹਨਾਂ ਨੂੰ ਕਿਹਾ, ਮੈਂ ਇੱਥੇ ਨੇੜੇ ਹੀ ਰਹਿੰਦੀ ਹਾਂ, ਤੁਸੀਂ ਮੈਨੂੰ ਮਿਲਣ ਜ਼ਰੂਰ ਆਇਓ। ਉਹ ਔਰਤ ਮੁਸਕਰਾਉਂਦੇ ਹੋਏ ਅੱਗੇ ਵੱਧ ਗਈ ਅਤੇ ਮੈਂ ਵੀ ਮਾਰਕੀਟ ਵਿੱਚ ਚਲੀ ਗਈ। ਸਮਾਨ ਖਰੀਦਣ ਤੋਂ ਬਾਅਦ ਟੈਕਸੀ ਵਿੱਚ ਬੈਠਦੇ ਹੋਏ ਮੈਂ ਫੇਰ ਰੱਜੋ ਆਂਟੀ ਨੂੰ ਦੇਖਿਆ। ਉਹ ਆਪਣੇ ਪਤੀ ਦਾ ਹੱਥ ਫੜ ਕੇ ਸੜਕ ਪਾਰ ਕਰ ਰਹੀ ਸੀ। ਉਹਨਾਂ ਦੇ ਪਤੀ ਨੂੰ ਦੇਖ ਕੇ ਪਤਾ ਨਹੀਂ ਮੈਨੂੰ ਕਿਉਂ ਇੰਜ ਲੱਗਿਆ ਜਿਵੇਂ ਮੈਂ ਉਹਨਾਂ ਨੂੰ ਕਿਤੇ ਦੇਖਿਆ ਹੋਵੇ। ਫਿਰ ਮੈਂ ਸੋਚਿਆ ਸ਼ਾਇਦ ਦੋਵੇਂ ਮੇਰੇ ਸ਼ਹਿਰ ਦੇ ਹੀ ਰਹਿਣ ਵਾਲੇ ਹੋਣ ਅਤੇ ਮੈਂ ਉਹਨਾਂ ਨੂੰ ਉੱਥੇ ਹੀ ਦੇਖਿਆ ਹੋਵੇ। ਕੁਝ ਦਿਨਾਂ ਬਾਅਦ ਫਿਰ ਮੇਰੀ ਰੱਜੋ ਆਂਟੀ ਨਾਲ ਮੁਲਾਕਾਤ ਹੋ ਗਈ। ਇਸ ਵਾਰ ਮੇਰੀ ਸਹੇਲੀ ਵੀ ਮੇਰੇ ਨਾਲ ਹੀ ਸੀ। ਜਦੋਂ ਅਸੀਂ ਵਾਪਸ ਆਉਣ ਲੱਗੇ ਤਾਂ ਮੇਰੀ ਸਹੇਲੀ ਨੇ ਮੇਰੇ ਕੰਨ ਵਿੱਚ ਕਿਹਾ, ਤੂੰ ਇਸ ਆਂਟੀ ਦੇ ਪਤੀ ਨੂੰ ਦੇਖਿਆ ਹੈ? ਮੈਂ ਕਿਹਾ ਨਹੀਂ। ਤਾਂ ਉਹ ਮੈਨੂੰ ਕਹਿਣ ਲੱਗੀ, ਜਦੋਂ ਤੂੰ ਦੇਖੇਂਗੀ ਤਾਂ ਹੈਰਾਨ ਰਹਿ ਜਾਵੇਂਗੀ ਅਤੇ ਆਪਣੇ ਦੰਦਾਂ ਥੱਲੇ ਉਂਗਲੀ ਦਬਾ ਲਵੇਂਗੀ। ਇਸ ਆਂਟੀ ਦਾ ਪਤੀ 20 ਸਾਲ ਦਾ ਇੱਕ ਸੋਹਣਾ ਮੁੰਡਾ ਹੈ। ਇਹ ਗੱਲ ਸੁਣ ਕੇ ਮੈਂ ਹੈਰਾਨੀ ਵਿੱਚ ਪੈ ਗਈ। ਅਸੀਂ ਅਕਸਰ ਸੁਣਦੇ ਰਹਿੰਦੇ ਹਾਂ ਕਿ ਕਿਸੇ ਕੁੜੀ ਨੇ ਵੱਡੀ ਉਮਰ ਦੇ ਆਦਮੀ ਨਾਲ ਵਿਆਹ ਕਰ ਲਿਆ ਹੈ, ਪਰ ਅਜਿਹਾ ਬਹੁਤ ਘੱਟ ਸੁਣਨ ਵਿੱਚ ਆਉਂਦਾ ਹੈ ਕਿ ਇੱਕ ਜਵਾਨ ਹੈਂਡਸਮ ਮੁੰਡੇ ਨੇ ਇੱਕ ਵੱਡੀ ਉਮਰ ਦੀ ਔਰਤ ਨਾਲ ਵਿਆਹ ਕਰ ਲਿਆ ਹੋਵੇ। ਮੈਂ ਸੋਚਿਆ ਜ਼ਰੂਰ ਇਹ ਆਂਟੀ ਬਹੁਤ ਪੈਸੇ ਵਾਲੀ ਹੋਵੇਗੀ, ਇਸ ਲਈ ਇੱਕ ਜਵਾਨ ਅਤੇ ਸੋਹਣੇ ਸੁਨੱਖੇ ਮੁੰਡੇ ਨੇ ਇਹਨਾਂ ਨਾਲ ਵਿਆਹ ਕਰ ਲਿਆ ਹੈ। ਜਵਾਨ ਮੁੰਡੇ ਅਕਸਰ ਲਾਲਚ ਵਿੱਚ ਆ ਕੇ ਅਜਿਹਾ ਕਰ ਲੈਂਦੇ ਹਨ। ਖੈਰ ਜੋ ਵੀ ਗੱਲ ਸੀ, ਮੈਂ ਇਸ ਮੁੰਡੇ ਨੂੰ ਦੇਖਣਾ ਚਾਹੁੰਦੀ ਸੀ ਜੋ ਉਸ ਔਰਤ ਦੇ ਬੇਟੇ ਦੀ ਉਮਰ ਦਾ ਸੀ ਅਤੇ ਉਸ ਦਾ ਪਤੀ ਬਣ ਕੇ ਬੈਠਾ ਸੀ। ਫਿਰ ਇੱਕ ਦਿਨ ਮੈਨੂੰ ਰਸਤੇ ਵਿੱਚ ਰੱਜੋ ਆਂਟੀ ਮਿਲੀ ਅਤੇ ਮੈਂ ਮਜਬੂਰ ਹੋ ਕੇ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਤੁਹਾਡੇ ਪਤੀ ਨੂੰ ਮਿਲਣਾ ਚਾਹੁੰਦੀ ਹਾਂ। ਮੈਂ ਤੁਹਾਡੇ ਪਤੀ ਦੀ ਬਹੁਤ ਤਾਰੀਫ ਸੁਣੀ ਹੈ। ਮੈਂ ਸੁਣਿਆ ਹੈ ਕਿ ਉਹ ਤੁਹਾਡੇ ਤੋਂ ਉਮਰ ਵਿੱਚ ਬਹੁਤ ਛੋਟਾ ਹੈ। ਤਾਂ ਉਹ ਕਹਿਣ ਲੱਗੀ, ਹਾਂ ਉਹ ਮੇਰੇ ਤੋਂ ਉਮਰ ਵਿੱਚ ਛੋਟਾ ਹੈ, ਪਰ ਸਾਡਾ ਵਿਆਹ ਸਾਡੀ ਪਸੰਦ ਨਾਲ ਹੋਇਆ ਹੈ। ਮੈਂ ਬੜੇ ਚਾਅ ਨਾਲ ਉਹਨਾਂ ਨੂੰ ਕਿਹਾ, ਤੁਸੀਂ ਆਪਣੇ ਪਤੀ ਨਾਲ ਮੈਨੂੰ ਨਹੀਂ ਮਿਲਾਓਗੇ? ਤਾਂ ਉਹ ਹੱਸਦੇ ਹੋਏ ਕਹਿਣ ਲੱਗੀ, ਕਿਉਂ ਨਹੀਂ, ਜ਼ਰੂਰ, ਮੈਂ ਹੁਣੇ ਉਸ ਨੂੰ ਫ਼ੋਨ ਕਰਕੇ ਬੁਲਾ ਲੈਂਦੀ ਹਾਂ। ਉਸਨੇ ਆਪਣੇ ਪਤੀ ਨੂੰ ਫ਼ੋਨ ਮਿਲਾਇਆ ਅਤੇ ਕਿਹਾ, ਰਾਜ ਤੂੰ ਮਾਰਕੀਟ ਵਿੱਚ ਆ ਜਾ, ਮੇਰੀ ਸਹੇਲੀ ਤੈਨੂੰ ਮਿਲਣਾ ਚਾਹੁੰਦੀ ਹੈ।
ਰਾਜ ਨਾਮ ਸੁਣ ਕੇ ਮੈਂ ਹੈਰਾਨ ਹੋ ਗਈ, ਪਰ ਫਿਰ ਮੈਂ ਸੋਚਿਆ ਇਹ ਜ਼ਰੂਰੀ ਨਹੀਂ ਕਿ ਇਹ ਉਹੀ ਰਾਜ ਹੋਵੇ। ਦੁਨੀਆ ਵਿੱਚ ਇੱਕ ਨਾਮ ਦੇ ਬਹੁਤ ਲੋਕ ਹੁੰਦੇ ਹਨ, ਪਰ ਮੇਰਾ ਸ਼ੱਕ ਸਹੀ ਨਿਕਲਿਆ। ਜਦੋਂ ਮੈਂ ਉਸ ਨੂੰ ਸਾਹਮਣੇ ਤੋਂ ਆਉਂਦੇ ਹੋਏ ਦੇਖਿਆ ਤਾਂ ਉਹ ਉਹੀ ਸੀ। ਉਸ ਨੂੰ ਰੱਜੋ ਆਂਟੀ ਦੇ ਪਤੀ ਦੇ ਰੂਪ ਵਿੱਚ ਦੇਖ ਕੇ ਮੇਰੇ ਤਾਂ ਪੈਰਾਂ ਥੱਲੋਂ ਜ਼ਮੀਨ ਹੀ ਨਿਕਲ ਗਈ। ਦੂਜੇ ਪਾਸੇ ਉਸਨੇ ਵੀ ਮੈਨੂੰ ਦੇਖ ਲਿਆ ਸੀ। ਮੈਨੂੰ ਦੇਖ ਕੇ ਉਸਦੇ ਚਿਹਰੇ ਦਾ ਰੰਗ ਉੱਡ ਗਿਆ। ਉਸ ਨੂੰ ਦੇਖਦੇ ਹੀ ਮੇਰੇ ਮੂੰਹ ਵਿੱਚੋਂ ਤੁਰੰਤ ਨਿਕਲਿਆ, ਰਾਜ ਤੂੰ ਇੱਥੇ? ਮੇਰਾ ਨਾਂ ਸ਼ੈਲੀ ਹੈ ਅਤੇ ਮੈਂ ਇਸ ਸ਼ਹਿਰ ਦੇ ਮਸ਼ਹੂਰ ਬਿਜ਼ਨਸਮੈਨ ਦੀ ਕੁੜੀ ਹਾਂ। ਮੈਂ ਬਹੁਤ ਜਿੱਦੀ ਸੀ। ਮੇਰੇ ਮੂੰਹ ਵਿੱਚੋਂ ਜੋ ਵੀ ਗੱਲ ਨਿਕਲਦੀ ਸੀ ਉਸ ਨੂੰ ਪੂਰਾ ਕਰਨਾ ਮੇਰੇ ਪਾਪਾ ਆਪਣਾ ਫਰਜ਼ ਸਮਝਦੇ ਸਨ। ਮੇਰੇ ਪਾਪਾ ਇੱਕ ਬਹੁਤ ਵੱਡੇ ਕਾਰੋਬਾਰੀ ਸਨ। ਉਹਨਾਂ ਦਾ ਕਾਰੋਬਾਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰਾਂ ਵਿੱਚ ਫੈਲਿਆ ਹੋਇਆ ਸੀ। ਮੇਰਾ ਇੱਕ ਮੂੰਹ ਬੋਲਿਆ ਭਾਈ ਵੀ ਸੀ, ਜਿਸ ਨੂੰ ਮੇਰੇ 6 ਸਾਲ ਦੇ ਹੋਣ 'ਤੇ ਮੇਰੇ ਮਾਂ-ਬਾਪ ਨੇ ਗੋਦ ਲਿਆ ਸੀ, ਕਿਉਂਕਿ ਡਾਕਟਰ ਨੇ ਮੇਰੀ ਮੰਮੀ ਨੂੰ ਕਹਿ ਦਿੱਤਾ ਸੀ ਕਿ ਹੁਣ ਉਹ ਦੁਬਾਰਾ ਬੱਚਾ ਪੈਦਾ ਨਹੀਂ ਕਰ ਸਕਦੀ। ਪਰ ਮੈਂ ਆਪਣੀ ਮੰਮੀ ਨੂੰ ਜਿੱਦ ਕਰਦੀ ਰਹਿੰਦੀ ਸੀ ਕਿ ਮੈਨੂੰ ਭਾਈ ਜਾਂ ਭੈਣ ਚਾਹੀਦੀ ਹੈ। ਮੇਰੀ ਜਿੱਦ ਪੂਰੀ ਕਰਨ ਲਈ ਮੰਮੀ ਨੇ ਆਪਣੀ ਭੈਣ ਦਾ ਮੁੰਡਾ ਗੋਦ ਲੈ ਲਿਆ। ਮੇਰੇ ਪਾਪਾ ਇਸ ਗੱਲ ਤੋਂ ਬਹੁਤ ਨਾਰਾਜ਼ ਹੋਏ। ਉਹਨਾਂ ਨੇ ਰਾਜ ਨੂੰ ਕਦੇ ਵੀ ਆਪਣਾ ਮੁੰਡਾ ਨਹੀਂ ਮੰਨਿਆ, ਪਰ ਸਿਰਫ ਮੇਰੀ ਜਿੱਦ ਅਤੇ ਮੇਰੀ ਮਾਂ ਕਰਕੇ ਉਹਨਾਂ ਨੇ ਕਦੇ ਉਸ ਨੂੰ ਕੁਝ ਨਹੀਂ ਕਿਹਾ। ਸਮਾਂ ਇਸੇ ਤਰ੍ਹਾਂ ਹੀ ਲੰਘਦਾ ਗਿਆ ਅਤੇ ਮੈਂ ਕਾਲਜ ਜਾਣ ਲੱਗੀ। ਪਾਪਾ ਨੇ ਰਾਜ ਨੂੰ ਸਾਫ਼ ਕਹਿ ਦਿੱਤਾ ਸੀ ਕਿ ਜੇਕਰ ਉਹ ਚੰਗੇ ਨੰਬਰ ਲੈ ਕੇ ਨਹੀਂ ਆਵੇਗਾ ਤਾਂ ਉਸ ਨੂੰ ਕਾਲਜ ਵਿੱਚ ਦਾਖਲਾ ਨਹੀਂ ਦਿਵਾਇਆ ਜਾਵੇਗਾ। ਉਹਨਾਂ ਨੇ ਕਿਹਾ ਉਹ ਆਪਣੀ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਉਸ ਉੱਪਰ ਬਰਬਾਦ ਨਹੀਂ ਕਰਨਾ ਚਾਹੁੰਦੇ। ਰਾਜ ਬਹੁਤ ਇੰਟੈਲੀਜੈਂਟ ਅਤੇ ਸਮਝਦਾਰ ਸੀ, ਇਸ ਲਈ ਉਹ ਚੰਗੇ ਨੰਬਰਾਂ ਨਾਲ ਪਾਸ ਹੋਇਆ ਅਤੇ ਸ਼ਹਿਰ ਦੇ ਸਭ ਤੋਂ ਵੱਡੇ ਕਾਲਜ ਵਿੱਚ ਉਸ ਨੂੰ ਸਕਾਲਰਸ਼ਿਪ ਮਿਲ ਗਈ। ਮੈਂ ਆਪਣੇ ਭਾਈ ਲਈ ਬਹੁਤ ਖੁਸ਼ ਸੀ ਅਤੇ ਚਾਹੁੰਦੀ ਸੀ ਕਿ ਉਹ ਇਸੇ ਤਰ੍ਹਾਂ ਕਾਮਯਾਬ ਹੁੰਦਾ ਰਹੇ, ਪਰ ਮੇਰੇ ਪਾਪਾ ਨੂੰ ਪਤਾ ਨਹੀਂ ਉਸ ਨਾਲ ਕਿਉਂ ਇੰਨੀ ਨਫ਼ਰਤ ਸੀ। ਉਹ ਹਰ ਵੇਲੇ ਉਸ ਨੂੰ ਝਿੜਕਦੇ ਰਹਿੰਦੇ ਸਨ। ਉਹਨਾਂ ਦਾ ਵੱਸ ਚੱਲਦਾ ਤਾਂ ਉਸ ਨੂੰ ਘਰ ਵਿੱਚੋਂ ਹੀ ਕੱਢ ਦਿੰਦੇ। ਆਖਿਰ ਇੱਕ ਦਿਨ ਮੈਨੂੰ ਪਤਾ ਲੱਗ ਹੀ ਗਿਆ ਕਿ ਪਾਪਾ ਉਸ ਨੂੰ ਇੰਨੀ ਨਫ਼ਰਤ ਕਿਉਂ ਕਰਦੇ ਹਨ। ਇੱਕ ਦਿਨ ਰਾਜ ਨੇ ਆਪਣੇ ਦੋਸਤ ਨੂੰ ਪਾਰਟੀ ਦੇਣ ਲਈ ਮੰਮੀ ਤੋਂ ਪੈਸੇ ਮੰਗੇ ਤਾਂ ਉਸ ਨੂੰ ਪੈਸੇ ਮੰਗਦੇ ਹੋਏ ਪਾਪਾ ਨੇ ਸੁਣ ਲਿਆ ਅਤੇ ਹੁਣ ਉਹ ਇਸ ਗੱਲ ਨੂੰ ਲੈ ਕੇ ਮੰਮੀ ਨਾਲ ਝਗੜਾ ਕਰ ਰਹੇ ਸਨ। ਉਹ ਉੱਚੀ ਉੱਚੀ ਬੋਲਦੇ ਹੋਏ ਕਹਿ ਰਹੇ ਸਨ ਕਿ ਤੂੰ ਆਪਣੇ ਭਾਣਜੇ ਨੂੰ ਮੇਰੀ ਕੁੜੀ ਦੀ ਜਾਇਦਾਦ ਦਾ ਹਿੱਸੇਦਾਰ ਬਣਾ ਕੇ ਲੈ ਆਈ ਹੈ ਅਤੇ ਮੈਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗਦੀ। ਮੰਮੀ ਨੇ ਵੀ ਚੀਕਦੇ ਹੋਏ ਜਵਾਬ ਦਿੱਤਾ, ਜੇਕਰ ਤੁਹਾਨੂੰ ਰਾਜ ਤੋਂ ਇੰਨੀ ਹੀ ਪਰੇਸ਼ਾਨੀ ਹੈ ਤਾਂ ਉਸ ਨੂੰ ਆਪਣੇ ਹਿੱਸੇ ਦੀ ਜਾਇਦਾਦ ਵਿੱਚੋਂ 1 ਰੁਪਇਆ ਵੀ ਨਾ ਦੇਣਾ। ਇਸ ਜਾਇਦਾਦ ਵਿੱਚ ਮੇਰਾ ਵੀ ਹਿੱਸਾ ਹੈ, ਇਸ ਉੱਪਰ ਮੇਰਾ ਵੀ ਹੱਕ ਹੈ। ਮੇਰੀ ਮਰਜ਼ੀ, ਮੈਂ ਆਪਣੇ ਹਿੱਸੇ ਨੂੰ ਕਿਸੇ ਦੇ ਵੀ ਨਾਮ ਕਰ ਸਕਦੀ ਹਾਂ। ਮੰਮੀ ਪਾਪਾ ਦੀ ਆਵਾਜ਼ ਸੁਣ ਕੇ ਮੈਂ ਅੰਦਰ ਕਮਰੇ ਵਿੱਚ ਆ ਗਈ। ਰਾਜ ਵਿਚਾਰਾ ਇੱਕ ਪਾਸੇ ਮੂੰਹ ਲਟਕਾ ਕੇ ਖੜਾ ਸੀ ਅਤੇ ਮੰਮੀ ਪਾਪਾ ਝਗੜਾ ਕਰ ਰਹੇ ਸਨ। ਇਸ ਵੇਲੇ ਉਸ ਦੀ ਉਮਰ 18 ਸਾਲ ਦੀ ਸੀ। ਮੈਨੂੰ ਉਸ ਉੱਪਰ ਬਹੁਤ ਤਰਸ ਆ ਰਿਹਾ ਸੀ। ਕਦੇ-ਕਦੇ ਤਾਂ ਮੈਂ ਸੋਚਦੀ ਸੀ ਕਿ ਮੰਮੀ ਨੇ ਉਸ ਨੂੰ ਗੋਦ ਲੈ ਕੇ ਉਸ ਨਾਲ ਬਹੁਤ ਗਲਤ ਕੀਤਾ। ਭਾਵੇਂ ਉਹ ਆਪਣੇ ਗਰੀਬ ਮਾਂ-ਬਾਪ ਨਾਲ ਰਹਿੰਦਾ, ਪਰ ਉਸ ਨੂੰ ਇੱਕ ਪਿਤਾ ਦਾ ਪਿਆਰ ਤਾਂ ਮਿਲ ਜਾਂਦਾ। ਮੇਰੇ ਪਾਪਾ ਨੇ ਤਾਂ ਕਦੇ ਉਸ ਨੂੰ ਪਿਆਰ ਨਾਲ ਦੇਖਿਆ ਤੱਕ ਨਹੀਂ ਸੀ। ਪਰ ਹੁਣ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਸੀ। ਕੁਝ ਸਾਲ ਪਹਿਲਾਂ ਹੀ ਮਾਸੀ ਅਤੇ ਮਾਸੜ ਜੀ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਚੁੱਕੀ ਸੀ। ਮੈਂ ਪਾਪਾ ਨੂੰ ਕਿਹਾ, ਤੁਸੀਂ ਬਿਨਾਂ ਗੱਲ ਤੋਂ ਹੀ ਮੰਮੀ ਨਾਲ ਲੜ ਰਹੇ ਹੋ। ਰਾਜ ਕੋਈ ਪਰਾਇਆ ਨਹੀਂ ਹੈ, ਮੇਰਾ ਆਪਣਾ ਭਾਈ ਹੈ। ਉਸ ਦਾ ਵੀ ਇਸ ਜਾਇਦਾਦ ਵਿੱਚ ਬਰਾਬਰ ਦਾ ਹਿੱਸਾ ਹੈ। ਜੇਕਰ ਤੁਸੀਂ ਉਸ ਨੂੰ ਕੁਝ ਨਹੀਂ ਦਿਓਗੇ ਤਾਂ ਮੈਂ ਦੇ ਦੇਵਾਂਗੀ। ਪਾਪਾ ਨੇ ਗੁੱਸੇ ਨਾਲ ਸਾਨੂੰ ਸਭ ਨੂੰ ਦੇਖਿਆ ਅਤੇ ਕਹਿਣ ਲੱਗੇ ਕਿ ਮੇਰੇ ਫੈਸਲੇ ਦੇ ਵਿਰੁੱਧ ਤਾਂ ਤੁਸੀਂ ਦੋਵੇਂ ਉਦੋਂ ਜਾਓਗੀਆਂ ਜਦੋਂ ਮੈਂ ਤੁਹਾਨੂੰ ਕੁਝ ਦੇਵਾਂਗਾ। ਜੇਕਰ ਅੱਜ ਇਸੇ ਵੇਲੇ ਇਹ ਮੁੰਡਾ ਇਸ ਘਰ ਵਿੱਚੋਂ ਨਹੀਂ ਨਿਕਲਿਆ ਤਾਂ ਮੈਂ ਆਪਣੀ ਜਾਇਦਾਦ ਵਿੱਚੋਂ ਤੁਹਾਨੂੰ ਦੋਵਾਂ ਨੂੰ ਕੁਝ ਨਹੀਂ ਦੇਵਾਂਗਾ, ਬਲਕਿ ਤੁਹਾਨੂੰ ਦੋਵਾਂ ਨੂੰ ਆਪਣੀ ਜਾਇਦਾਦ ਵਿੱਚੋਂ ਬੇਦਖਲ ਕਰ ਦੇਵਾਂਗਾ।
ਜਦੋਂ ਤੁਸੀਂ ਸੜਕ 'ਤੇ ਆਵੋਗੇ ਤਾਂ ਤੁਹਾਨੂੰ ਪਤਾ ਲੱਗੇਗਾ। ਅਸੀਂ ਪਾਪਾ ਦੀਆਂ ਇਹ ਗੱਲਾਂ ਸੁਣ ਕੇ ਹੈਰਾਨ ਰਹਿ ਗਏ। ਕੋਈ ਕਿਸੇ ਨਾਲ ਇੰਨੀ ਨਫ਼ਰਤ ਕਿਵੇਂ ਕਰ ਸਕਦਾ ਹੈ। ਮੈਂ ਵੀ ਗੁੱਸੇ ਵਿੱਚ ਆ ਕੇ ਕਹਿ ਦਿੱਤਾ, ਤੁਸੀਂ ਸਾਨੂੰ ਕੁਝ ਨਹੀਂ ਦੇਣਾ ਚਾਹੁੰਦੇ ਤਾਂ ਨਾ ਦਿਓ, ਅਸੀਂ ਆਪਣੇ ਭਾਈ ਨਾਲ ਇਸ ਘਰ ਤੋਂ ਚਲੇ ਜਾਵਾਂਗੇ। ਮੇਰੀ ਗੱਲ ਸੁਣ ਕੇ ਰਾਜ ਰੋਂਦੇ ਹੋਏ ਕਹਿਣ ਲੱਗਿਆ, ਦੀਦੀ ਤੁਸੀਂ ਮੇਰੇ ਲਈ ਪਾਪਾ ਨਾਲ ਲੜਾਈ ਨਾ ਕਰੋ, ਮੈਂ ਹੀ ਇਸ ਘਰ ਵਿੱਚੋਂ ਚਲਾ ਜਾਂਦਾ ਹਾਂ। ਅਸੀਂ ਉਸਨੂੰ ਰੋਕਦੇ ਰਹਿ ਗਏ ਪਰ ਉਸਨੇ ਸਾਡੀ ਇੱਕ ਵੀ ਨਹੀਂ ਸੁਣੀ। ਉਹ ਘਰ ਵਿੱਚੋਂ ਚਲਾ ਗਿਆ। ਉਸਦੇ ਜਾਣ ਤੋਂ ਬਾਅਦ ਪਾਪਾ ਬਹੁਤ ਖੁਸ਼ ਹੋ ਗਏ। ਪਤਾ ਨਹੀਂ ਇਹ ਕਿਹੋ ਜਿਹੀ ਖੁਸ਼ੀ ਸੀ ਜੋ ਇੱਕ ਬੇਸਹਾਰਾ ਮੁੰਡੇ ਨੂੰ ਘਰ ਵਿੱਚੋਂ ਕੱਢ ਕੇ ਉਹਨਾਂ ਨੂੰ ਮਿਲ ਰਹੀ ਸੀ। ਕੁਝ ਦਿਨਾਂ ਬਾਅਦ ਮੈਨੂੰ ਪਤਾ ਲੱਗਿਆ ਕਿ ਰਾਜ ਨੇ ਕਾਲਜ ਛੱਡ ਦਿੱਤਾ ਹੈ ਅਤੇ ਉਹ ਵਿਦੇਸ਼ ਜਾਣ ਦੇ ਚੱਕਰਾਂ ਵਿੱਚ ਪੈ ਗਿਆ ਹੈ। ਮੈਂ ਉਸਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਸਨੂੰ ਸਮਝਾ ਸਕਾਂ, ਪਰ ਉਸਨੇ ਮੈਨੂੰ ਮਿਲਣ ਤੋਂ ਮਨਾ ਕਰ ਦਿੱਤਾ। ਇਹਨਾਂ ਦਿਨਾਂ ਵਿੱਚ ਹੀ ਮੇਰੇ ਪੇਪਰ ਚੱਲ ਰਹੇ ਸਨ, ਇਸ ਲਈ ਮੈਂ ਤਿਆਰੀਆਂ ਵਿੱਚ ਬਿਜ਼ੀ ਹੋ ਗਈ। ਮੈਨੂੰ ਆਪਣੇ ਦੋਸਤਾਂ ਤੋਂ ਉਸਦੀ ਖਬਰ ਮਿਲ ਜਾਂਦੀ ਸੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੈਂ ਅੱਗੇ ਪੜ੍ਹਨ ਲਈ ਵਿਦੇਸ਼ ਚਲੀ ਗਈ ਅਤੇ ਰਾਜ ਨਾਲ ਮੇਰੇ ਕੰਟੈਕਟ ਖਤਮ ਹੋ ਗਏ। ਹੁਣ 3 ਸਾਲ ਬਾਅਦ ਉਸਨੂੰ ਆਪਣੇ ਸਾਹਮਣੇ ਦੇਖ ਕੇ ਮੈਂ ਹੈਰਾਨ ਰਹਿ ਗਈ। ਉਸਨੇ ਆਪਣੇ ਤੋਂ ਉਮਰ ਵਿੱਚ ਇੰਨੀ ਵੱਡੀ ਔਰਤ ਨਾਲ ਵਿਆਹ ਕਰ ਲਿਆ ਸੀ। ਮੈਂ ਹੈਰਾਨੀ ਨਾਲ ਉਸਨੂੰ ਕਿਹਾ, ਰਾਜ ਤੂੰ ਇੱਥੇ? ਤਾਂ ਰੱਜੋ ਆਂਟੀ ਖੁਸ਼ ਹੁੰਦੇ ਹੋਏ ਬੋਲੀ, ਕੀ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ? ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਰਾਜ ਕਹਿਣ ਲੱਗਿਆ, ਇਹ ਮੇਰੇ ਦੋਸਤ ਦੀ ਭੈਣ ਹੈ। ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਸਾਨੂੰ ਦੇਰ ਹੋ ਰਹੀ ਹੈ, ਚਲੋ ਅਸੀਂ ਚੱਲਦੇ ਹਾਂ। ਉਹ ਆਪਣੀ ਪਤਨੀ ਦਾ ਹੱਥ ਫੜ ਕੇ ਤੇਜ਼ੀ ਨਾਲ ਉੱਥੋਂ ਜਾਣ ਲੱਗਿਆ। ਮੈਂ ਕੁਝ ਦੇਰ ਆਪਣੀ ਜਗ੍ਹਾ ਸੁੰਨ ਖੜੀ ਰਹੀ। ਰਾਜ ਨੇ ਇਹ ਕੀ ਕੀਤਾ ਸੀ? ਹਾਲੇ ਤਾਂ ਉਹ ਸਿਰਫ 20 ਸਾਲ ਦਾ ਸੀ ਅਤੇ ਉਸਨੇ 50 ਸਾਲ ਦੀ ਔਰਤ ਨਾਲ ਵਿਆਹ ਕਿਉਂ ਕਰ ਲਿਆ ਸੀ? ਆਖਰ ਅਜਿਹੀ ਕਿਹੜੀ ਗੱਲ ਹੋ ਸਕਦੀ ਸੀ? ਦੇਖਣ ਵਿੱਚ ਰੱਜੋ ਆਂਟੀ ਅਮੀਰ ਵੀ ਨਹੀਂ ਲੱਗਦੀ ਸੀ ਜੋ ਉਸਨੇ ਪੈਸੇ ਦੇ ਚੱਕਰ ਵਿੱਚ ਉਸ ਨਾਲ ਵਿਆਹ ਕਰ ਲਿਆ ਹੋਵੇ। ਰਾਜ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਆਪਣੀ ਪਤਨੀ ਨੂੰ ਲੈ ਕੇ ਉੱਥੋਂ ਚਲਾ ਗਿਆ। ਗੱਲ ਕਰਨੀ ਤਾਂ ਦੂਰ, ਉਸਨੇ ਤਾਂ ਇਹ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਕਿ ਮੈਂ ਉਸਦੀ ਭੈਣ ਹਾਂ। ਆਖਿਰ ਇਸ ਸਭ ਦੇ ਪਿੱਛੇ ਉਸਦਾ ਕੀ ਮਕਸਦ ਸੀ? ਮੈਂ ਇਹ ਸਭ ਸੋਚਦੇ ਹੋਏ ਉਹਨਾਂ ਦੇ ਪਿੱਛੇ ਜਾਣ ਲੱਗੀ ਤਾਂ ਜੋ ਮੈਂ ਉਹਨਾਂ ਦੇ ਘਰ ਦਾ ਰਸਤਾ ਦੇਖ ਸਕਾਂ ਕਿ ਉਹ ਕਿੱਥੇ ਰਹਿੰਦੇ ਹਨ। ਉਹਨਾਂ ਦਾ ਘਰ ਦੇਖ ਕੇ ਮੈਂ ਵਾਪਸ ਆ ਗਈ। ਮੈਂ ਸੋਚਿਆ ਕਿ ਫ੍ਰੀ ਹੋ ਕੇ ਉਸ ਨਾਲ ਗੱਲ ਕਰਾਂਗੀ ਜਦੋਂ ਉਹ ਇਕੱਲਾ ਘਰ ਵਿੱਚ ਹੋਵੇਗਾ। ਉਹ ਔਰਤ ਕਿਸੇ ਵੀ ਤਰ੍ਹਾਂ ਮੇਰੇ ਭਾਈ ਦੇ ਲਾਇਕ ਨਹੀਂ ਸੀ। ਅਗਲੇ ਦਿਨ ਮੈਂ ਉਹਨਾਂ ਦੇ ਘਰ ਦੇ ਸਾਹਮਣੇ ਲੁੱਕ ਕੇ ਖੜੀ ਹੋ ਗਈ। 10 ਵਜੇ ਦੇ ਕਰੀਬ ਦੋਵੇਂ ਬਾਹਰ ਨਿਕਲੇ। ਉਹਨਾਂ ਨੂੰ ਦੇਖਦੇ ਹੀ ਮੈਂ ਆਪਣੀ ਸਹੇਲੀ ਨੂੰ ਇਸ਼ਾਰਾ ਕੀਤਾ। ਉਹ ਭੱਜ ਕੇ ਰੱਜੋ ਆਂਟੀ ਦੇ ਗਲੇ ਲੱਗ ਗਈ ਅਤੇ ਉਹਨਾਂ ਨਾਲ ਗੱਲਾਂ ਕਰਕੇ ਉਹਨਾਂ ਦਾ ਧਿਆਨ ਭਟਕਾਉਣ ਲੱਗੀ। ਉਸੇ ਵੇਲੇ ਮੈਂ ਮੌਕੇ ਦਾ ਫਾਇਦਾ ਚੁੱਕਦੇ ਹੋਏ ਰਾਜ ਦਾ ਹੱਥ ਫੜ ਕੇ ਉਸਨੂੰ ਆਪਣੇ ਨਾਲ ਇੱਕ ਕੌਫੀ ਸ਼ਾਪ ਵਿੱਚ ਲੈ ਗਈ। ਅੰਦਰ ਆਉਂਦੇ ਹੀ ਮੈਂ ਉਸਦੇ ਮੂੰਹ 'ਤੇ ਥੱਪੜ ਮਾਰਿਆ ਅਤੇ ਪੁੱਛਣ ਲੱਗੀ ਕਿ ਕਿਸ ਦੀ ਇਜਾਜ਼ਤ ਨਾਲ ਤੂੰ ਇਸ ਬੁੱਢੀ ਔਰਤ ਨਾਲ ਵਿਆਹ ਕੀਤਾ ਹੈ। ਉਹ ਕਹਿਣ ਲੱਗਿਆ, ਦੀਦੀ ਤੂੰ ਮੇਰੀ ਫਿਕਰ ਨਾ ਕਰ, ਮੈਂ ਬਹੁਤ ਜਲਦੀ ਇਸ ਤੋਂ ਤਲਾਕ ਲੈ ਲਵਾਂਗਾ, ਪਰ ਹਾਲੇ ਮੈਂ ਤੈਨੂੰ ਕੁਝ ਨਹੀਂ ਦੱਸ ਸਕਦਾ ਕਿ ਮੈਂ ਉਸ ਨਾਲ ਵਿਆਹ ਕਿਉਂ ਕੀਤਾ ਹੈ। ਮੇਰੇ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਮਜਬੂਰ ਹੋ ਕੇ ਮੈਂ ਉਸਨੂੰ ਉੱਥੋਂ ਜਾਣ ਦਿੱਤਾ। ਬਾਅਦ ਵਿੱਚ ਜਦੋਂ ਮੇਰੀ ਸਹੇਲੀ ਮੈਨੂੰ ਮਿਲੀ ਤਾਂ ਉਸਨੇ ਮੈਨੂੰ ਕਿਹਾ, ਮੈਂ ਉਸ ਔਰਤ ਨੂੰ ਪੁੱਛਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਉਸਨੇ 20 ਸਾਲ ਦੇ ਜਵਾਨ ਮੁੰਡੇ ਨਾਲ ਵਿਆਹ ਕਿਉਂ ਕੀਤਾ ਹੈ, ਪਰ ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਮੈਂ ਸੋਚਣ ਲੱਗੀ ਕਿ ਇਹ ਬਹੁਤ ਚਲਾਕ ਔਰਤ ਹੈ। ਬਸ ਇੱਕ ਵਾਰ ਮੇਰਾ ਭਾਈ ਇਸ ਤੋਂ ਤਲਾਕ ਲੈ ਲਵੇ, ਫਿਰ ਇਸ ਔਰਤ ਦਾ ਜੋ ਦਿਲ ਕਰੇ ਉਹ ਕਰ ਸਕਦੀ ਹੈ। ਬਸ ਮੇਰੇ ਭਾਈ ਦੀ ਜ਼ਿੰਦਗੀ ਖਰਾਬ ਹੋਣ ਤੋਂ ਬਚ ਜਾਵੇ। ਮੈਨੂੰ ਲੱਗਦਾ ਸੀ ਕਿ ਉਸਨੇ ਮੇਰੇ ਭਾਈ ਨੂੰ ਫਸਾਇਆ ਹੋਵੇਗਾ। 15 ਦਿਨਾਂ ਬਾਅਦ ਜਦੋਂ ਮੈਂ ਰਾਜ ਨੂੰ ਫੋਨ ਕਰਕੇ ਪੁੱਛਿਆ ਤਾਂ ਉਹ ਕਹਿਣ ਲੱਗਿਆ, ਦੀਦੀ ਮੈਂ ਉਸ ਔਰਤ ਤੋਂ ਤਲਾਕ ਲੈ ਲਿਆ ਹੈ। ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਮੈਂ ਸੋਚਣ ਲੱਗੀ ਕਿ ਚਲੋ ਚੰਗਾ ਹੋਇਆ, ਮੇਰਾ ਭਾਈ ਉਸ ਔਰਤ ਤੋਂ ਆਜ਼ਾਦ ਹੋ ਗਿਆ। ਇਸ ਵੇਲੇ ਮੈਨੂੰ ਆਪਣੇ ਪਾਪਾ 'ਤੇ ਬਹੁਤ ਗੁੱਸਾ ਆਇਆ।
ਸਿਰਫ ਉਹਨਾਂ ਕਰਕੇ ਹੀ ਰਾਜ ਨੇ ਇਹ ਕਦਮ ਚੁੱਕਿਆ ਸੀ, ਨਹੀਂ ਤਾਂ ਰਾਜ ਕਦੇ ਵੀ ਇਸ ਔਰਤ ਨਾਲ ਵਿਆਹ ਨਾ ਕਰਦਾ। ਮੈਨੂੰ ਆਪਣੇ ਉੱਪਰ ਵੀ ਬਹੁਤ ਸ਼ਰਮਿੰਦਗੀ ਹੋ ਰਹੀ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇੰਨੀ ਬਿਜ਼ੀ ਹੋ ਗਈ ਕਿ ਮੈਂ ਆਪਣੇ ਛੋਟੇ ਭਾਈ ਉੱਪਰ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਮੇਰੀਆਂ ਛੁੱਟੀਆਂ ਹੋ ਗਈਆਂ ਸਨ, ਇਸ ਲਈ ਮੈਂ ਆਪਣੇ ਘਰ ਵਾਪਸ ਆ ਗਈ ਤਾਂ ਜੋ ਮੈਂ ਆਪਣੇ ਮੰਮੀ ਪਾਪਾ ਨੂੰ ਮਿਲ ਸਕਾਂ। ਮੈਂ ਆਪਣੇ ਘਰ ਵਿੱਚ ਹੀ ਰਹੀ, ਪਰ ਜਿਸ ਦਿਨ ਮੈਨੂੰ ਵਾਪਸ ਜਾਣਾ ਸੀ ਉਸੇ ਦਿਨ ਮੈਂ ਫਿਰ ਤੋਂ ਇਸ ਔਰਤ ਨੂੰ ਆਪਣੇ ਭਾਈ ਦੇ ਨਾਲ ਦੇਖਿਆ। ਮੈਨੂੰ ਬਹੁਤ ਹੈਰਾਨੀ ਹੋਈ ਅਤੇ ਗੁੱਸਾ ਵੀ ਆਇਆ। ਮੈਨੂੰ ਗੁੱਸਾ ਇਸ ਗੱਲ ਦਾ ਆਇਆ ਕਿ ਮੇਰੇ ਭਾਈ ਨੇ ਮੈਨੂੰ ਝੂਠ ਬੋਲਿਆ ਸੀ, ਅਤੇ ਹੈਰਾਨੀ ਇਸ ਗੱਲ ਦੀ ਹੋਈ ਕਿ ਉਹ ਕੁਝ ਦਿਨ ਪਹਿਲਾਂ ਤਾਂ ਅਮਰੀਕਾ ਵਿੱਚ ਸਨ ਅਤੇ ਹੁਣ ਇੱਥੇ ਆ ਗਏ। ਮੈਂ ਗੁੱਸੇ ਵਿੱਚ ਆਪਣੇ ਭਾਈ ਕੋਲ ਗਈ ਤਾਂ ਉਹ ਮੈਨੂੰ ਦੇਖ ਕੇ ਘਬਰਾ ਗਿਆ ਤੇ ਕਹਿਣ ਲੱਗਿਆ, ਦੀਦੀ, ਇਹ ਮੇਰੀ ਪਤਨੀ ਹੈ ਅਤੇ ਮੈਂ ਇਸ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਇਸ ਨੂੰ ਕਿਸੇ ਵੀ ਹਾਲ ਵਿੱਚ ਨਹੀਂ ਛੱਡ ਸਕਦਾ। ਉਹ ਔਰਤ ਇਹ ਸਭ ਕੁਝ ਚੁੱਪਚਾਪ ਖੜੀ ਸੁਣ ਰਹੀ ਸੀ। ਫਿਰ ਉਹ ਦੋਵੇਂ ਉੱਥੋਂ ਚਲੇ ਗਏ। ਮੈਨੂੰ ਹੈਰਾਨੀ ਹੋ ਰਹੀ ਸੀ ਕਿ ਸਿੱਧੀ ਸਾਦੀ ਦਿਖਣ ਵਾਲੀ ਔਰਤ ਇੰਨੀ ਤੇਜ਼ ਹੋ ਸਕਦੀ ਹੈ। ਮੈਂ ਸੋਚ ਵੀ ਨਹੀਂ ਸਕਦੀ ਸੀ। ਮੈਨੂੰ ਲੱਗ ਰਿਹਾ ਸੀ ਕਿ ਜ਼ਰੂਰ ਇਸਨੇ ਮੇਰੇ ਭਾਈ ਉੱਪਰ ਕੋਈ ਕਾਲਾ ਜਾਦੂ ਕਰਵਾਇਆ ਹੋਵੇਗਾ, ਨਹੀਂ ਤਾਂ ਇੱਕ ਸਮਝਦਾਰ ਅਤੇ ਨੌਜਵਾਨ ਮੁੰਡਾ ਇੰਨੀ ਵੱਡੀ ਔਰਤ ਨਾਲ ਵਿਆਹ ਕਿਉਂ ਕਰਵਾਏਗਾ। ਮੈਂ ਕੁਝ ਦਿਨਾਂ ਲਈ ਇੱਥੇ ਹੀ ਰੁਕ ਗਈ ਕਿਉਂਕਿ ਮੈਂ ਇਸ ਔਰਤ ਤੋਂ ਆਪਣੇ ਭਾਈ ਦਾ ਪਿੱਛਾ ਛੁਡਵਾਉਣਾ ਚਾਹੁੰਦੀ ਸੀ। ਅਗਲੇ ਦਿਨ ਮੈਂ ਆਪਣੀ ਇੱਕ ਸਹੇਲੀ ਦੇ ਘਰ ਗਈ ਤਾਂ ਜੋ ਮੈਂ ਉਸ ਨਾਲ ਕਿਸੇ ਬਾਬੇ ਕੋਲ ਜਾ ਸਕਾਂ ਅਤੇ ਉਹਨਾਂ ਤੋਂ ਇਸ ਮੁਸ਼ਕਿਲ ਦਾ ਕੋਈ ਹੱਲ ਕਢਵਾ ਸਕਾਂ। ਉਸ ਬਾਬੇ ਨੇ ਸਾਨੂੰ ਦੱਸਿਆ ਕਿ ਜਿਨ੍ਹਾਂ ਨੂੰ ਅਲੱਗ ਕਰਵਾਉਣਾ ਹੈ ਉਹਨਾਂ ਦੀ ਤਸਵੀਰ ਚਾਹੀਦੀ ਹੈ। ਮੈਂ ਆਪਣੀ ਸਹੇਲੀ ਨੂੰ ਕਿਹਾ ਕਿ ਚੱਲ ਅਸੀਂ ਦੋਵੇਂ ਉਹਨਾਂ ਦੇ ਘਰ ਚੱਲਦੇ ਹਾਂ। ਮੈਂ ਕਿਸੇ ਬਹਾਨੇ ਉਹਨਾਂ ਨੂੰ ਘਰ ਤੋਂ ਬਾਹਰ ਬੁਲਾਵਾਂਗੀ ਅਤੇ ਤੂੰ ਉਹਨਾਂ ਦੀ ਫੋਟੋ ਖਿੱਚ ਲਈ। ਅਸੀਂ ਦੋਵੇਂ ਆਪਣੇ ਭਾਈ ਦੇ ਘਰ ਚਲੀਆਂ ਗਈਆਂ। ਮੈਂ ਜ਼ੋਰ ਨਾਲ ਦਰਵਾਜ਼ਾ ਖੜਕਾਇਆ ਅਤੇ ਤੇਜ਼ ਆਵਾਜ਼ ਵਿੱਚ ਉਹਨਾਂ ਦੋਨਾਂ ਨੂੰ ਬਾਹਰ ਬੁਲਾਇਆ। ਮੇਰੀ ਆਵਾਜ਼ ਸੁਣ ਕੇ ਉਹ ਦੋਵੇਂ ਬਾਹਰ ਆ ਗਏ। ਫਿਰ ਮੈਂ ਆਪਣੇ ਭਾਈ ਨਾਲ ਲੜਨਾ ਸ਼ੁਰੂ ਕਰ ਦਿੱਤਾ ਤਾਂ ਜੋ ਇੰਨੀ ਦੇਰ ਵਿੱਚ ਮੇਰੀ ਸਹੇਲੀ ਦੋਵਾਂ ਦੀ ਫੋਟੋ ਖਿੱਚ ਸਕੇ। ਕੁਝ ਦੇਰ ਬਾਅਦ ਮੈਂ ਆਪਣੀ ਸਹੇਲੀ ਕੋਲ ਵਾਪਸ ਆ ਗਈ ਅਤੇ ਉਸ ਨੂੰ ਪੁੱਛਿਆ ਕਿ ਉਹਨਾਂ ਦੀ ਫੋਟੋ ਲੈ ਲਈ ਹੈ ਜਾਂ ਨਹੀਂ, ਪਰ ਮੇਰੀ ਸਹੇਲੀ ਪਤਾ ਨਹੀਂ ਕਿਹੜੇ ਖਿਆਲਾਂ ਵਿੱਚ ਗੁੰਮ ਸੀ। ਮੈਂ ਫੜ ਕੇ ਉਸ ਨੂੰ ਹਿਲਾਇਆ ਤਾਂ ਉਹ ਹੋਸ਼ ਵਿੱਚ ਆਈ। ਮੈਂ ਉਸ ਨੂੰ ਫਿਰ ਪੁੱਛਿਆ ਕਿ ਤੂੰ ਫੋਟੋ ਖਿੱਚੀ ਹੈ ਜਾਂ ਨਹੀਂ, ਤਾਂ ਉਹ ਕਹਿਣ ਲੱਗੀ, ਮੈਂ ਫੋਟੋ ਨਹੀਂ ਖਿੱਚੀ। ਮੈਨੂੰ ਉਸ 'ਤੇ ਬਹੁਤ ਗੁੱਸਾ ਆਇਆ ਅਤੇ ਮੈਂ ਉਸ ਨੂੰ ਪੁੱਛਿਆ, ਤੂੰ ਫੋਟੋ ਕਿਉਂ ਨਹੀਂ ਖਿੱਚੀ? ਤਾਂ ਉਹ ਮੈਨੂੰ ਕਹਿਣ ਲੱਗੀ, ਇਹ ਕੋਈ ਜਾਦੂ ਦਾ ਚੱਕਰ ਨਹੀਂ ਹੈ, ਇਹ ਰੱਜੋ ਹੈ। ਇਸ ਦਾ ਕੰਮ ਇਹੀ ਹੈ, ਉਹ 20 ਸਾਲ ਦੇ ਮੁੰਡੇ ਨਾਲ ਵਿਆਹ ਕਰਦੀ ਹੈ। ਸ਼ਾਇਦ ਤੈਨੂੰ ਪਤਾ ਨਹੀਂ ਹੋਵੇਗਾ ਕਿ ਉਸਨੇ ਹੁਣ ਤੱਕ ਕਿੰਨੇ ਮੁੰਡਿਆਂ ਨਾਲ ਵਿਆਹ ਕਰਿਆ ਹੈ। ਹੁਣ ਉਸਨੇ ਤੇਰੇ ਭਾਈ ਨਾਲ ਵਿਆਹ ਕਰ ਲਿਆ ਹੈ। ਆਪਣੀ ਸਹੇਲੀ ਦੇ ਮੂੰਹ ਤੋਂ ਇਹ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਅੱਡੀਆਂ ਰਹਿ ਗਈਆਂ। ਉਹ ਇਹ ਸਭ ਕੀ ਕਹਿ ਰਹੀ ਸੀ? ਮੈਂ ਉਸ ਨੂੰ ਪੁੱਛਿਆ, ਇਹ ਸਭ ਤੈਨੂੰ ਕਿਵੇਂ ਪਤਾ? ਇਹ ਔਰਤ ਕੌਣ ਹੈ ਅਤੇ ਇਸ ਦੀ ਕੀ ਸੱਚਾਈ ਹੈ? ਤਾਂ ਉਹ ਕਹਿਣ ਲੱਗੀ, ਕੁਝ ਸਾਲ ਪਹਿਲਾਂ ਮੇਰਾ ਕਜ਼ਨ ਵੀ ਇਸ ਦੇ ਚੱਕਰਾਂ ਵਿੱਚ ਫਸ ਗਿਆ ਸੀ ਅਤੇ ਇਸ ਨਾਲ ਵਿਆਹ ਕਰ ਲਿਆ ਸੀ। ਫਿਰ ਪਤਾ ਨਹੀਂ ਕਿਵੇਂ ਉਸ ਦੀ ਜਾਨ ਛੁੱਟੀ, ਪਰ ਉਸਨੇ ਇੱਕ ਵਾਰ ਦੱਸਿਆ ਸੀ ਕਿ ਰੱਜੋ 20 ਸਾਲ ਦੇ ਬਹੁਤ ਮੁੰਡਿਆਂ ਨਾਲ ਵਿਆਹ ਕਰ ਚੁੱਕੀ ਹੈ। ਮੈਂ ਆਪਣੀ ਸਹੇਲੀ ਨੂੰ ਪੁੱਛਿਆ ਕਿ ਕੀ ਇਹ ਬਹੁਤ ਅਮੀਰ ਔਰਤ ਹੈ? ਤਾਂ ਉਹ ਕਹਿਣ ਲੱਗੀ, ਮੈਨੂੰ ਇਸ ਬਾਰੇ ਵਿੱਚ ਕੁਝ ਨਹੀਂ ਪਤਾ, ਪਰ ਇਸ ਨੂੰ ਦੇਖ ਕੇ ਨਹੀਂ ਲੱਗਦਾ ਕਿ ਇਹ ਅਮੀਰ ਹੋਵੇਗੀ। ਇਸ ਦਾ ਘਰ ਦੇਖ ਕਿੰਨਾ ਛੋਟਾ ਹੈ। ਅਸੀਂ ਹਾਲੇ ਦੋਵੇਂ ਉੱਥੇ ਖੜੀਆਂ ਹੋ ਕੇ ਗੱਲਾਂ ਕਰ ਰਹੀਆਂ ਸਨ ਕਿ ਇੰਨੀ ਦੇਰ ਵਿੱਚ ਰੱਜੋ ਆਪਣੇ ਘਰ ਤੋਂ ਬਾਹਰ ਨਿਕਲਦੀ ਹੋਈ ਦਿਖੀ। ਉਹ ਫਰੂਟ ਵਾਲੇ ਤੋਂ ਫਰੂਟ ਖਰੀਦ ਰਹੀ ਸੀ। ਉਸ ਨੂੰ ਦੇਖ ਕੇ ਮੈਂ ਆਪਣੀ ਸਹੇਲੀ ਨੂੰ ਕਿਹਾ ਕਿ ਤੂੰ ਠੀਕ ਕਹਿ ਰਹੀ ਹੈ, ਇਹ ਕਿਸੇ ਪਾਸੇ ਤੋਂ ਵੀ ਅਮੀਰ ਨਹੀਂ ਲੱਗਦੀ। ਫਿਰ ਕੀ ਵਜ੍ਹਾ ਹੋ ਸਕਦੀ ਸੀ ਕਿ ਰਾਜ ਨੇ ਇਸ ਨਾਲ ਵਿਆਹ ਕਰ ਲਿਆ ਸੀ? ਮੇਰੀ ਸਹੇਲੀ ਕਹਿਣ ਲੱਗੀ ਕਿ ਆਪਾਂ ਮੇਰੇ ਕਜ਼ਨ ਤੋਂ ਪੁੱਛਦੇ ਹਾਂ, ਹੋ ਸਕਦਾ ਹੈ ਉਹ ਕੁਝ ਦੱਸ ਦੇਵੇ। ਮੈਨੂੰ ਉਸ ਦਾ ਇਹ ਆਈਡੀਆ ਚੰਗਾ ਲੱਗਿਆ। ਮੇਰੀ ਸਹੇਲੀ ਨੇ ਆਪਣੇ ਕਜ਼ਨ ਨੂੰ ਫੋਨ ਕੀਤਾ। ਮੇਰੀ ਅੱਜ ਦੀ ਸਾਰੀ ਰਾਤ ਜਾਗਦੇ ਹੋਏ ਹੀ ਲੰਘੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ 50 ਸਾਲ ਦੀ ਰੱਜੋ
ਮੇਰੇ ਭਾਈ ਨਾਲ ਕੀ ਖੇਲ ਖੇਲ ਰਹੀ ਸੀ। ਇੱਕ ਪਾਸੇ ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਅਮੀਰ ਨਹੀਂ ਹੈ, ਪਰ ਦੂਜੇ ਪਾਸੇ ਇਹ ਵੀ ਸੋਚ ਰਹੀ ਸੀ ਕਿ ਜੇਕਰ ਉਹ ਅਮੀਰ ਨਹੀਂ ਹੁੰਦੀ ਤਾਂ ਉਹ ਅਮਰੀਕਾ ਕਿਵੇਂ ਜਾਂਦੀ। ਮੈਂ ਬਹੁਤ ਉਲਝਣ ਵਿੱਚ ਸੀ। ਫਿਰ ਮੈਂ ਸੋਚਿਆ ਕਿ ਹੋ ਸਕਦਾ ਹੈ ਕਿ ਉਹ ਰਾਜ ਦੇ ਪੈਸਿਆਂ ਨਾਲ ਅਮਰੀਕਾ ਗਈ ਹੋਵੇ, ਪਰ ਰਾਜ ਕੋਲ ਵੀ ਇੰਨੇ ਪੈਸੇ ਨਹੀਂ ਸਨ। ਜੇਕਰ ਉਸ ਕੋਲ ਪੈਸੇ ਹੁੰਦੇ ਤਾਂ ਉਹ ਆਪਣੀ ਪੜ੍ਹਾਈ ਪੂਰੀ ਕਰਦਾ। ਮੈਂ ਆਪਣੇ ਸਵਾਲਾਂ ਦੇ ਜਵਾਬ ਆਪ ਹੀ ਦੇ ਰਹੀ ਸੀ। ਮੰਮੀ ਨੇ ਮੈਨੂੰ ਪੁੱਛਿਆ, ਸ਼ੈਲੀ ਕੀ ਗੱਲ, ਤੂੰ ਵਾਪਸ ਕਿਉਂ ਨਹੀਂ ਗਈ? ਤੂੰ ਮੈਨੂੰ ਬਹੁਤ ਪਰੇਸ਼ਾਨ ਲੱਗ ਰਹੀ ਹੈ। ਜੇਕਰ ਮੈਂ ਉਹਨਾਂ ਨੂੰ ਰਾਜ ਦੇ ਬਾਰੇ ਵਿੱਚ ਦੱਸ ਦਿੰਦੀ ਤਾਂ ਉਹ ਵੀ ਪਰੇਸ਼ਾਨ ਹੋ ਜਾਂਦੀ। ਇਸ ਲਈ ਮੈਂ ਮੁਸਕਰਾਉਣ ਲੱਗੀ, ਕਿਉਂਕਿ ਮੈਨੂੰ ਆਪਣੀ ਪਰੇਸ਼ਾਨੀ ਦਾ ਹੱਲ ਮਿਲ ਗਿਆ ਸੀ। ਮੈਂ ਸੋਚਿਆ ਮੈਂ ਰਾਜ ਨੂੰ ਮੰਮੀ ਦੇ ਨਾਮ ਤੋਂ ਬਲੈਕਮੇਲ ਕਰਾਂਗੀ। ਉਸ ਨੂੰ ਕਹਾਂਗੀ ਕਿ ਮੈਂ ਮੰਮੀ ਨੂੰ ਸਭ ਦੱਸ ਦੇਵਾਂਗੀ, ਤਾਂ ਉਹ ਜ਼ਰੂਰ ਉਸ ਔਰਤ ਨੂੰ ਛੱਡ ਦੇਵੇਗਾ। ਮੈਨੂੰ ਪੂਰੀ ਉਮੀਦ ਸੀ ਕਿ ਉਹ ਮੇਰੀ ਗੱਲ ਸੁਣ ਕੇ ਉਸ ਬੁੱਢੀ ਔਰਤ ਨੂੰ ਛੱਡੇਗਾ। ਅਗਲੇ ਦਿਨ ਮੈਂ ਉਹਨਾਂ ਦੇ ਘਰ ਦੇ ਸਾਹਮਣੇ ਲੁਕ ਗਈ, ਤਾਂ ਜੋ ਉਹ ਇਕੱਲਾ ਬਾਹਰ ਨਿਕਲੇ ਤਾਂ ਮੈਂ ਉਸ ਨਾਲ ਕੋਈ ਗੱਲ ਕਰ ਸਕਾਂ। 10 ਮਿੰਟ ਬਾਅਦ ਉਹ ਬੁੱਢੀ ਔਰਤ ਬਾਹਰ ਨਿਕਲੀ ਅਤੇ ਉਸ ਤੋਂ ਕੁਝ ਦੇਰ ਬਾਅਦ ਰਾਜ ਵੀ ਬਾਹਰ ਆ ਗਿਆ। ਮੈਂ ਭੱਜ ਕੇ ਉਸ ਕੋਲ ਗਈ ਅਤੇ ਉਸ ਨੂੰ ਕਿਹਾ, ਜੇਕਰ ਤੂੰ ਇਸ ਔਰਤ ਨੂੰ ਨਹੀਂ ਛੱਡੇਗਾ ਤਾਂ ਮੈਂ ਮੰਮੀ ਨੂੰ ਜਾ ਕੇ ਸਭ ਕੁਝ ਦੱਸ ਦੇਵਾਂਗੀ। ਸੋਚ ਉਹਨਾਂ ਨੂੰ ਕਿੰਨਾ ਦੁੱਖ ਲੱਗੇਗਾ। ਮੈਨੂੰ ਪਤਾ ਸੀ ਕਿ ਮੰਮੀ ਦੇ ਨਾਮ ਤੋਂ ਬਲੈਕਮੇਲ ਹੋ ਜਾਵੇਗਾ ਅਤੇ ਅਜਿਹਾ ਹੀ ਹੋਇਆ। ਉਹ ਘਬਰਾਉਣ ਲੱਗਿਆ ਅਤੇ ਮੈਨੂੰ ਕਹਿਣ ਲੱਗਿਆ, ਦੀਦੀ ਪਲੀਜ਼ ਮੰਮੀ ਨੂੰ ਕੁਝ ਨਾ ਦੱਸਣਾ। ਮੈਂ ਉਸ ਨੂੰ ਕਿਹਾ ਕਿ ਠੀਕ ਹੈ, ਪਰ ਮੇਰੀ ਇੱਕ ਸ਼ਰਤ ਹੈ, ਤੂੰ ਮੈਨੂੰ ਸਭ ਕੁਝ ਸੱਚ ਦੱਸੇਂਗਾ ਕਿ ਤੂੰ ਇਸ ਔਰਤ ਨਾਲ ਵਿਆਹ ਕਿਉਂ ਕੀਤਾ ਹੈ। ਉਹ ਮੇਰਾ ਹੱਥ ਫੜ ਕੇ ਕਹਿਣ ਲੱਗਿਆ, ਦੀਦੀ ਮੈਂ ਤੈਨੂੰ ਸਭ ਕੁਝ ਦੱਸ ਦੇਵਾਂਗਾ, ਪਰ ਮੈਨੂੰ ਥੋੜ੍ਹਾ ਸਮਾਂ ਚਾਹੀਦਾ ਹੈ। ਮੈਂ ਤੇਰੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਾਂ, ਪਰ ਹਾਲੇ ਮੈਨੂੰ ਉਸ ਦੇ ਪਿੱਛੇ ਜਾਣਾ ਹੋਵੇਗਾ। ਉਹ ਮੈਨੂੰ ਤਸੱਲੀ ਦੇ ਕੇ ਉੱਥੋਂ ਚਲਾ ਗਿਆ। ਫਿਰ ਮੈਂ ਆਪਣੀ ਸਹੇਲੀ ਨੂੰ ਫੋਨ ਕੀਤਾ ਕਿ ਉਸ ਦੀ ਆਪਣੇ ਕਜ਼ਨ ਨਾਲ ਗੱਲ ਹੋਈ ਜਾਂ ਨਹੀਂ, ਤਾਂ ਉਸਨੇ ਕਿਹਾ, ਮੈਂ ਆਪਣੇ ਕਜ਼ਨ ਨੂੰ ਘਰ ਬੁਲਾ ਲਿਆ ਹੈ, ਤੂੰ ਵੀ ਇੱਥੇ ਆ ਜਾ ਅਤੇ ਉਸ ਨਾਲ ਗੱਲ ਕਰ ਲਵੀਂ। ਮੈਂ ਆਪਣੀ ਸਹੇਲੀ ਦੇ ਘਰ ਚਲੀ ਗਈ। ਉਸ ਦੇ ਕਜ਼ਨ ਦੀ ਉਮਰ 21 ਸਾਲ ਦੇ ਲਗਭਗ ਹੋਵੇਗੀ। ਮੈਂ ਉਸ ਨੂੰ ਕਿਹਾ, ਤੂੰ ਆਪਣੀ ਸਾਰੀ ਕਹਾਣੀ ਮੈਨੂੰ ਦੱਸ ਤਾਂ ਜੋ ਮੈਂ ਆਪਣੇ ਭਾਈ ਨੂੰ ਬਚਾ ਸਕਾਂ। ਉਹ ਕਹਿਣ ਲੱਗਿਆ, 3 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਮੈਂ 19 ਸਾਲ ਦਾ ਸੀ। ਮੇਰੀ ਆਪਣੇ ਘਰ ਵਾਲਿਆਂ ਨਾਲ ਲੜਾਈ ਹੋ ਗਈ ਸੀ, ਤਾਂ ਮੈਂ ਗੁੱਸੇ ਵਿੱਚ ਆ ਕੇ ਇੱਕ ਪਾਰਕ ਵਿੱਚ ਸੌਣਾ ਸ਼ੁਰੂ ਕਰ ਦਿੱਤਾ। ਮੇਰੇ ਪਾਪਾ ਗਰੀਬ ਸਨ ਅਤੇ ਮੈਂ ਇਸ ਗੱਲ 'ਤੇ ਉਹਨਾਂ ਨਾਲ ਲੜਦਾ ਸੀ ਕਿ ਮੈਨੂੰ ਪੜ੍ਹਾਈ ਨਹੀਂ ਕਰਨੀ, ਮੈਂ ਵਿਦੇਸ਼ ਜਾਣਾ ਚਾਹੁੰਦਾ ਹਾਂ ਅਤੇ ਮੈਂ ਉਹਨਾਂ ਨੂੰ ਘਰ ਵੇਚਣ ਲਈ ਕਿਹਾ ਸੀ ਤਾਂ ਜੋ ਮੈਨੂੰ ਵਿਦੇਸ਼ ਭੇਜ ਦੇਣ, ਪਰ ਮੇਰੇ ਪਾਪਾ ਮੇਰੀ ਗੱਲ ਮੰਨਣ ਨੂੰ ਤਿਆਰ ਨਹੀਂ ਸਨ। ਇਸੇ ਗੱਲ ਨੂੰ ਲੈ ਕੇ ਸਾਡੀ ਰੋਜ਼ ਲੜਾਈ ਹੁੰਦੀ ਸੀ। ਇਸੇ ਕਰਕੇ ਮੈਂ ਘਰ ਛੱਡ ਦਿੱਤਾ। ਫਿਰ ਕਿਸੇ ਨੇ ਮੇਰੀ ਮੁਲਾਕਾਤ ਰੱਜੋ ਨਾਲ ਕਰਵਾਈ। ਉਹ ਕਹਿਣ ਲੱਗੀ, ਮੈਂ ਤੇਰੀ ਸ਼ਰਤ ਪੂਰੀ ਕਰ ਦੇਵਾਂਗੀ, ਤੈਨੂੰ ਵਿਦੇਸ਼ ਭੇਜ ਦੇਵਾਂਗੀ, ਪਰ ਤੈਨੂੰ ਮੇਰੀ ਇੱਕ ਗੱਲ ਮੰਨਣੀ ਪਵੇਗੀ, ਤੈਨੂੰ ਮੇਰੇ ਨਾਲ ਵਿਆਹ ਕਰਨਾ ਪਵੇਗਾ। ਉਸ ਦੀ ਗੱਲ ਸੁਣ ਕੇ ਮੈਂ ਘਬਰਾ ਗਿਆ। ਉਹ ਕਹਿਣ ਲੱਗੀ, ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਬਸ 2-3 ਮਹੀਨੇ ਦੀ ਗੱਲ ਹੈ, ਫਿਰ ਸਾਡਾ ਤਲਾਕ ਹੋ ਜਾਵੇਗਾ। ਮੈਂ ਵੀ ਵਿਦੇਸ਼ ਜਾਣ ਦੇ ਲਾਲਚ ਵਿੱਚ ਉਸ ਦੀ ਗੱਲਾਂ ਵਿੱਚ ਆ ਗਿਆ ਅਤੇ ਉਸ ਨਾਲ ਵਿਆਹ ਕਰ ਲਿਆ। ਉਹ ਮੈਨੂੰ ਵਿਦੇਸ਼ ਲੈ ਗਈ। ਮੈਨੂੰ ਉਸ ਦੀਆਂ ਗੱਲਾਂ 'ਤੇ ਯਕੀਨ ਆ ਗਿਆ। ਉਹ ਮੈਨੂੰ ਕਹਿਣ ਲੱਗੀ, ਹੁਣ ਤੈਨੂੰ ਇੱਥੇ ਹੀ ਰਹਿਣਾ ਹੈ, ਪਰ ਇਸ ਤੋਂ ਪਹਿਲਾਂ ਤੂੰ ਮੇਰੇ ਨਾਲ ਇੱਕ ਵਾਰ ਇੰਡੀਆ ਚੱਲੇਂਗਾ, ਕਿਉਂਕਿ ਸਾਡਾ ਵਿਆਹ ਉੱਥੇ ਹੀ ਹੋਇਆ ਸੀ, ਤਾਂ ਸਾਡਾ ਤਲਾਕ ਵੀ ਉੱਥੇ ਹੀ ਹੋਵੇਗਾ ਅਤੇ ਮੈਨੂੰ ਤਲਾਕ ਦੇ ਕੇ ਤੂੰ ਇਕੱਲਾ ਇੱਥੇ ਵਾਪਸ ਆ ਜਾਵੀਂ। ਮੈਂ ਉਸ ਦੀਆਂ ਗੱਲਾਂ ਵਿੱਚ ਆ ਕੇ ਉੱਥੋਂ ਵਾਪਸ ਆ ਗਿਆ। ਇਸ ਗੱਲ ਦਾ ਮੇਰੇ ਘਰ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਮੈਂ ਵਿਆਹ ਕਰ ਲਿਆ ਹੈ, ਪਰ ਮੈਂ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਮੈਂ ਬਹੁਤ ਜਲਦੀ ਇਸ ਔਰਤ ਤੋਂ ਤਲਾਕ ਲੈ ਲਵਾਂਗਾ। ਜਿਸ ਦਿਨ ਅਸੀਂ ਕੋਰਟ ਵਿੱਚ ਜਾ ਕੇ ਤਲਾਕ ਦਾ ਕੇਸ ਫਾਈਲ ਕਰਨਾ ਸੀ, ਉਸ ਦਿਨ ਅਚਾਨਕ ਮੈਂ ਰੱਜੋ ਨੂੰ ਕਿਸੇ ਨਾਲ ਗੱਲਾਂ ਕਰਦੇ ਹੋਏ ਸੁਣਿਆ। ਉਹ ਕਹਿ ਰਹੀ ਸੀ, ਤਹਿਖਾਨਾ ਤਿਆਰ ਹੈ ਨਾ? ਹੁਣ ਮੇਰਾ ਇਸ ਮੁੰਡੇ ਤੋਂ ਦਿਲ ਭਰ ਗਿਆ ਹੈ, ਹੁਣ ਮੈਂ ਦੂਜੇ ਸ਼ਿਕਾਰ ਨੂੰ ਫਸਾਵਾਂਗੀ। ਮੈਂ 1 ਘੰਟੇ ਬਾਅਦ ਉਸ ਨੂੰ ਆਪਣੇ ਨਾਲ ਲੈ ਕੇ ਆਵਾਂਗੀ
ਤੂੰ ਪਿੱਛੇ ਤੋਂ ਇਸ ਦੇ ਸਿਰ 'ਤੇ ਵਾਰ ਕਰਕੇ ਇਸ ਨੂੰ ਬੇਹੋਸ਼ ਕਰ ਦੇਵੀਂ ਅਤੇ ਫਿਰ ਇਸ ਨੂੰ ਤਹਿਖਾਨੇ ਵਿੱਚ ਹਮੇਸ਼ਾ ਲਈ ਬੰਦ ਕਰ ਦੇਈਂ। ਉਹ ਇਹ ਸਾਰੀਆਂ ਗੱਲਾਂ ਮੇਰੇ ਬਾਰੇ ਵਿੱਚ ਕਰ ਰਹੀ ਸੀ। ਇਹ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੈਂ ਫਟਾਫਟ ਉੱਥੋਂ ਭੱਜ ਗਿਆ ਅਤੇ ਆਪਣੇ ਘਰ ਆ ਕੇ ਹੀ ਚੈਨ ਦਾ ਸਾਹ ਲਿਆ। ਫਿਰ ਉਸ ਤੋਂ ਬਾਅਦ ਮੈਨੂੰ ਉਸ ਦੇ ਬਾਰੇ ਵਿੱਚ ਕੁਝ ਵੀ ਪਤਾ ਨਹੀਂ ਲੱਗਿਆ। ਪਰ ਜੇਕਰ ਤੇਰੇ ਭਾਈ ਨੇ ਉਸ ਔਰਤ ਨਾਲ ਵਿਆਹ ਕਰ ਲਿਆ ਹੈ ਤਾਂ ਉਹ ਬੁਰਾ ਫਸਣ ਵਾਲਾ ਹੈ। ਉਸ ਦੀ ਜ਼ਿੰਦਗੀ ਖਤਰੇ ਵਿੱਚ ਹੈ। ਮੈਂ ਇਹ ਸਾਰੀਆਂ ਗੱਲਾਂ ਸੁਣ ਕੇ ਸੁੰਨ ਹੋ ਗਈ। ਕੁਝ ਦੇਰ ਪਹਿਲਾਂ ਹੀ ਰਾਜ ਉਸ ਔਰਤ ਨਾਲ ਗਿਆ ਸੀ। ਮੈਂ ਆਪਣੀ ਸਹੇਲੀ ਦੇ ਕਜ਼ਨ ਨੂੰ ਪੁੱਛਿਆ ਕਿ ਤੈਨੂੰ ਉਸ ਜਗ੍ਹਾ ਦਾ ਐਡਰੈਸ ਪਤਾ ਹੈ ਜਿੱਥੇ ਉਹ ਤੈਨੂੰ ਲਿਜਾਣ ਵਾਲੀ ਸੀ, ਤਾਂ ਉਸਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਕਿ ਮੈਨੂੰ ਉਸ ਜਗ੍ਹਾ ਦਾ ਨਹੀਂ ਪਤਾ। ਹੁਣ ਮੈਂ ਬਹੁਤ ਟੈਨਸ਼ਨ ਵਿੱਚ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਮੈਂ ਆਪਣੇ ਭਾਈ ਦਾ ਪਤਾ ਕਿਵੇਂ ਲਗਾਵਾਂ। ਮੇਰੇ ਭਾਈ ਦੀ ਜ਼ਿੰਦਗੀ ਖਤਰੇ ਵਿੱਚ ਸੀ। ਮੈਨੂੰ ਯਾਦ ਸੀ ਹਲੇ ਥੋੜ੍ਹੀ ਦੇਰ ਮੇਰੇ ਨਾਲ ਗੱਲ ਕਰਨ ਤੋਂ ਬਾਅਦ ਉਹ ਪਤਨੀ ਦੇ ਪਿੱਛੇ ਭੱਜਿਆ ਸੀ। ਮੈਂ ਰਾਜ ਦਾ ਨੰਬਰ ਡਾਇਲ ਕੀਤਾ ਪਰ ਉਸ ਦਾ ਫੋਨ ਬੰਦ ਆ ਰਿਹਾ ਸੀ। ਅਚਾਨਕ ਉਸ ਮੁੰਡੇ ਨੇ ਇੱਕ ਆਈਡੀਆ ਦਿੱਤਾ, ਤੁਸੀਂ ਆਪਣੇ ਭਾਈ ਦੇ ਫੋਨ ਦੀ ਲੋਕੇਸ਼ਨ ਚੈੱਕ ਕਰਵਾ ਲਓ। ਇਸ ਤੋਂ ਪਤਾ ਲੱਗ ਜਾਵੇਗਾ ਕਿ ਤੁਹਾਡਾ ਭਾਈ ਇਸ ਵੇਲੇ ਕਿੱਥੇ ਹੈ। ਮੈਂ ਉਸ ਨੂੰ ਪੁੱਛਿਆ, ਪਰ ਮੈਂ ਇਹ ਕੰਮ ਕਿਸ ਤੋਂ ਕਰਵਾਵਾਂ? ਮੈਂ ਤਾਂ ਕਿਸੇ ਨੂੰ ਵੀ ਨਹੀਂ ਜਾਣਦੀ। ਤਾਂ ਉਹ ਕਹਿਣ ਲੱਗਿਆ ਕਿ ਤੁਸੀਂ ਫਿਕਰ ਨਾ ਕਰੋ, ਮੇਰਾ ਇੱਕ ਦੋਸਤ ਮੋਬਾਈਲ ਕੰਪਨੀ ਵਿੱਚ ਕੰਮ ਕਰਦਾ ਹੈ, ਮੈਂ ਉਸ ਤੋਂ ਇਹ ਕੰਮ ਕਰਵਾਉਂਦਾ ਹਾਂ। ਕੁਝ ਦੇਰ ਬਾਅਦ ਹੀ ਸਾਨੂੰ ਪਤਾ ਲੱਗ ਗਿਆ ਕਿ ਮੇਰੇ ਭਾਈ ਦੇ ਫੋਨ ਦੀ ਲੋਕੇਸ਼ਨ ਬਹੁਤ ਦੂਰ ਸੁੰਨਸਾਨ ਇਲਾਕੇ ਵਿੱਚ ਸ਼ੋਅ ਹੋ ਰਹੀ ਹੈ। ਅਸੀਂ ਤਿੰਨੋਂ ਗੱਡੀ ਵਿੱਚ ਬੈਠ ਕੇ ਉਸ ਲੋਕੇਸ਼ਨ 'ਤੇ ਜਾਣ ਲੱਗੇ। 15 ਮਿੰਟਾਂ ਬਾਅਦ ਗੱਡੀ ਇੱਕ ਘਰ ਦੇ ਅੱਗੇ ਜਾ ਕੇ ਰੁਕੀ। ਦਰਵਾਜ਼ਾ ਬੰਦ ਸੀ। ਸਾਡੇ ਨਾਲ ਆਏ ਮੁੰਡੇ ਨੇ ਜ਼ੋਰ ਨਾਲ ਧੱਕਾ ਦੇ ਕੇ ਦਰਵਾਜ਼ਾ ਖੋਲ੍ਹ ਦਿੱਤਾ। ਅਸੀਂ ਹੌਲੀ-ਹੌਲੀ ਘਰ ਦੇ ਅੰਦਰ ਗਏ। ਮੇਰੀ ਸਹੇਲੀ ਕਹਿਣ ਲੱਗੀ, ਸਾਨੂੰ ਸਭ ਤੋਂ ਪਹਿਲਾਂ ਤਹਿਖਾਨਾ ਲੱਭਣਾ ਹੋਵੇਗਾ। ਉਹ ਲੋਕ ਉੱਥੇ ਹੀ ਹੋਣਗੇ। ਕੁਝ ਦੇਰ ਬਾਅਦ ਅਸੀਂ ਤਹਿਖਾਨੇ ਤੱਕ ਪਹੁੰਚ ਗਏ। ਅਸੀਂ ਹੌਲੀ-ਹੌਲੀ ਨੀਚੇ ਉਤਰਨ ਲੱਗੇ। ਤਹਿਖਾਨੇ ਵਿੱਚ ਜਾਣ ਤੋਂ ਪਹਿਲਾਂ ਮੈਂ ਰਸੋਈ ਵਿੱਚੋਂ ਇੱਕ ਛੁਰੀ ਚੁੱਕੀ ਅਤੇ ਸਾਡੇ ਨਾਲ ਆਏ ਮੁੰਡੇ ਨੂੰ ਫੜਾ ਦਿੱਤੀ। ਜਿਵੇਂ ਹੀ ਅਸੀਂ ਤਿੰਨੋਂ ਅੰਦਰ ਪਹੁੰਚੇ ਤਾਂ ਮੇਰੇ ਉੱਪਰ ਦੇ ਸਾਹ ਉੱਪਰ ਅਤੇ ਨੀਚੇ ਦੇ ਸਾਹ ਨੀਚੇ ਹੀ ਰਹਿ ਗਏ। ਸਾਹਮਣੇ ਦਾ ਮੰਜ਼ਰ ਦੇਖ ਕੇ ਮੈਨੂੰ ਯਕੀਨ ਨਹੀਂ ਆ ਰਿਹਾ ਸੀ। ਅਸੀਂ ਦੇਖਿਆ ਉਹ ਔਰਤ ਰੱਜੋ ਕੁਰਸੀ ਨਾਲ ਬੰਨੀ ਹੋਈ ਹੈ ਅਤੇ ਉਸ ਦੇ ਸਾਹਮਣੇ ਰਾਜ ਲੱਤ 'ਤੇ ਲੱਤ ਰੱਖ ਕੇ ਬੈਠਾ ਹੋਇਆ ਹੈ। ਅਸੀਂ ਘਬਰਾ ਗਏ। ਉਹ ਉੱਠ ਕੇ ਖੜਾ ਹੋਇਆ ਅਤੇ ਮੈਨੂੰ ਕਹਿਣ ਲੱਗਿਆ, ਦੀਦੀ ਤੁਸੀਂ ਇੱਥੇ ਕੀ ਕਰ ਰਹੇ ਹੋ? ਤੁਹਾਨੂੰ ਇੱਥੋਂ ਦਾ ਐਡਰੈਸ ਕਿਸ ਨੇ ਦੱਸਿਆ? ਮੈਂ ਬੇਚੈਨੀ ਵਿੱਚ ਪੁੱਛਿਆ ਕਿ ਤੂੰ ਠੀਕ ਹੈ? ਤਾਂ ਰਾਜ ਨੇ ਕਿਹਾ, ਦੀਦੀ ਤੁਸੀਂ ਪਰੇਸ਼ਾਨ ਨਾ ਹੋਵੋ। ਮੈਂ ਤੁਹਾਨੂੰ ਸਭ ਕੁਝ ਦੱਸਦਾ ਹਾਂ ਕਿ ਇਹ ਔਰਤ ਇੱਥੇ ਕਿਵੇਂ ਹੈ। ਰਾਜ ਨੇ ਦੱਸਿਆ, ਜਦੋਂ ਪਾਪਾ ਨੇ ਮੈਨੂੰ ਘਰ ਵਿੱਚੋਂ ਕੱਢ ਦਿੱਤਾ ਸੀ ਤਾਂ ਮੇਰਾ ਇੱਕ ਦੋਸਤ ਮੈਨੂੰ ਆਪਣੇ ਘਰ ਲੈ ਗਿਆ। ਮੇਰੇ ਉਸ ਦੋਸਤ ਦਾ ਭਾਈ ਕੁਝ ਦੇਰ ਤੋਂ ਲਾਪਤਾ ਸੀ। ਮੈਂ ਜਦੋਂ ਉਸਨੂੰ ਉਸਦੇ ਭਾਈ ਦੇ ਬਾਰੇ ਵਿੱਚ ਪੁੱਛਿਆ ਤਾਂ ਉਸਨੇ ਮੈਨੂੰ ਦੱਸਿਆ ਕਿ ਉਸਨੇ ਇੱਕ ਵੱਡੀ ਉਮਰ ਦੀ ਔਰਤ ਨਾਲ ਵਿਆਹ ਕਰ ਲਿਆ ਸੀ। ਫਿਰ ਉਸ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਮੈਂ ਆਪਣੇ ਦੋਸਤ ਦੀ ਹੈਲਪ ਕਰਨਾ ਚਾਹੁੰਦਾ ਸੀ, ਇਸ ਲਈ ਮੈਂ ਇਸ ਔਰਤ ਬਾਰੇ ਸਾਰੀ ਜਾਣਕਾਰੀ ਕਢਵਾਈ। ਮੈਨੂੰ ਪਤਾ ਲੱਗਿਆ ਕਿ ਉਹ ਸਿਰਫ 20 ਸਾਲ ਦੇ ਮੁੰਡਿਆਂ ਨਾਲ ਵਿਆਹ ਕਰਦੀ ਹੈ। ਉਹਨਾਂ ਨੂੰ ਵਿਦੇਸ਼ ਜਾਣ ਦਾ ਲਾਲਚ ਦੇ ਕੇ ਕੈਦ ਕਰ ਲੈਂਦੀ ਹੈ। ਮੇਰੇ ਦੋਸਤ ਨੇ ਮੇਰਾ ਉਸ ਵੇਲੇ ਸਾਥ ਦਿੱਤਾ ਜਦੋਂ ਪਾਪਾ ਨੇ ਮੈਨੂੰ ਘਰ ਵਿੱਚੋਂ ਕੱਢ ਦਿੱਤਾ ਸੀ। ਇਸ ਲਈ ਮੈਂ ਵੀ ਆਪਣੇ ਦੋਸਤ ਦੀ ਹੈਲਪ ਕਰਨ ਦਾ ਫੈਸਲਾ ਕੀਤਾ। ਮੈਂ ਪੂਰੀ ਪਲਾਨਿੰਗ ਨਾਲ ਇਸ ਔਰਤ ਦੇ ਨੇੜੇ ਆਇਆ। ਇਹ ਹਮੇਸ਼ਾ ਗਰੀਬ ਮੁੰਡਿਆਂ ਨੂੰ ਹੀ ਫਸਾਉਂਦੀ ਸੀ। ਉਹਨਾਂ ਦੇ ਸੁਪਨੇ ਪੂਰੇ ਕਰਨ ਦਾ ਲਾਲਚ ਦੇ ਕੇ ਉਹਨਾਂ ਨੂੰ ਕਾਬੂ ਕਰ ਲੈਂਦੀ ਸੀ, ਫਿਰ ਉਹਨਾਂ ਤੋਂ ਜੋ ਚਾਹੇ ਕਰਵਾਉਂਦੀ ਸੀ। ਇਸ ਲਈ ਅੱਜ ਇਹ ਮੈਨੂੰ ਵੀ ਇੱਥੇ ਲੈ ਕੇ ਆਈ, ਪਰ ਮੈਨੂੰ ਇਸ ਦੀ ਨੀਅਤ ਪਹਿਲਾਂ ਤੋਂ ਹੀ ਪਤਾ ਸੀ। ਇਸ ਲਈ ਮੈਂ ਪਹਿਲਾਂ ਤੋਂ ਹੀ ਤਿਆਰ ਸੀ। ਇਸ ਤੋਂ ਪਹਿਲਾਂ ਕਿ ਇਹ ਮੈਨੂੰ ਕੈਦ ਕਰਦੀ, ਮੈਂ ਇਸ ਨੂੰ ਕੈਦ ਕਰ ਲਿਆ ਅਤੇ ਰੱਸੀਆਂ ਨਾਲ ਬੰਨ੍ਹ ਦਿੱਤਾ ਅਤੇ ਹੁਣ ਇਸ ਤੋਂ ਪੁੱਛਤਾਛ ਕਰ ਰਿਹਾ ਹਾਂ। ਤਾਂ ਮੈਨੂੰ ਪਤਾ ਲੱਗਿਆ ਹੈ ਕਿ ਇਸ ਦਾ ਇੱਕ ਪੂਰਾ ਗਰੁੱਪ ਹੈ। ਇਹ ਨਵੀਂ ਉਮਰ ਦੇ ਮੁੰਡਿਆਂ ਨੂੰ ਫਸਾਉਂਦੀ ਹੈ। ਜਦੋਂ ਇਸ ਦਾ ਦਿਲ ਭਰ ਜਾਂਦਾ ਹੈ ਤਾਂ ਉਹਨਾਂ ਨੂੰ ਅਮੀਰ ਅਤੇ ਬੁੱਢੀ ਔਰਤਾਂ ਨੂੰ ਵੇਚ ਦਿੰਦੀ ਹੈ।